ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। मीरू जी वेलकम। शुक्रिया जी, सारे सत श्री अकाल जी। की हाल चाल ठीक ठाक? हाँ जी हाँ जी। सो जित दियां मंजिलां तय करदी जा रही जी, बड़ी इस वक्त स्ट्रॉन्ग टीम है हाकी दी है। हाँ जी हाँ जी। देखो ये अर्जेंटीना तो जिते है, अर्जेंटीना जिहड़ी आ डिफेंडिंग चैंपियन है ओलंपिक दी जी। ते दिलचस्प गल है कि इन्हां ने रियो ओलंपिक दे विच भी इन्हां नूं हराया सीगा। हाँ लीग मैच दे विच इंडियन टीम ने उदों भी अर्जेंटीना नूं हरा दिता सीगा जद अर्जेंटीना मतलब कि चैंपियन बनिया। जी जी जी। ਤਾਂ ਹੁਣ ਵੀ ਆ ਪਿੱਛੇ ਜੇ ਇੱਕ ਇਹਨਾਂ ਦਾ ਦੌਰਾ ਸੀਗਾ, ਉਹਦੇ ਵਿੱਚ ਵੀ अर्जेंटीना ਨੂੰ ਮਤਲਬ ਕਿ ਇਹਨਾਂ ਨੇ ਮਾਤ ਦਿੱਤੀ ਸੀਗੀ। ਕਾਫੀ ਅੱਛਾ ਖੇਡੇ ਸਨ ਉਸ ਟੂਰ ਤੇ ਵੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਟਾਈਮ ਜੇ ਤੁਸੀਂ ਦੇਖੋਗੇ ਤਾਂ ਇੰਡੀਆ ਦਾ ਇੱਕੋ ਇੱਕ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਜੇ ਛੱਡ ਦਿੱਤਾ ਜਾਵੇ 7-1 ਤੇ ਜਿੱਥੇ ਡਿਫੀਟ ਹੋ ਜਾਂਦੇ ਨੇ, ਤਾਂ ਦੂਸਰੇ ਸਾਰੇ ਮੁਕਾਬਲੇ ਚਾਹੇ ਸਪੇਨ ਦੇ ਨਾਲ ਖੇਡਿਆ ਇਹਨਾਂ ਨੇ, ਚਾਹੇ ਨਿਊਜ਼ੀਲੈਂਡ ਦੇ ਨਾਲ ਖੇਡਿਆ, ਅੱਜ अर्जेंटीना ਵਾਲਾ ਤਾਂ ਬਿਲਕੁਲ ਕਹਿ ਲਓ ਕਿ ਇਹੋ ਜਿਹਾ ਮੈਚ ਸੀਗਾ ਕਿ ਸਮਝ ਲਓ ਨਜ਼ਾਰਾ ਬੰਨਣ ਵਾਲਾ ਮੈਚ। ਇਹਦੇ ਵਿੱਚ ਵੀ ਪੰਜਾਬੀ ਮੁੰਡਿਆਂ ਨੇ 2 ਗੋਲ ਕੀਤੇ। ਵਰੁਣ ਵੀ ਮਿਠਾਪੁਰ ਦਾ ਹੀ ਆ, ਮਨਪ੍ਰੀਤ ਤੇ ਇੱਕੋ ਪਿੰਡ ਦੇ ਆ। ਵਰੁਣ ਨੇ ਗੋਲ ਕੀਤਾ ਔਰ ਇੱਕ ਹਰਮਨ ਨੇ ਗੋਲ ਕੀਤਾ, ਹਰਮਨ ਅੰਮ੍ਰਿਤਸਰੀ ਆ। ਸੋ 2 ਗੋਲਾਂ 'ਚ ਫਿਰ ਪੰਜਾਬੀਆਂ ਨੇ ਕੱਢੇ ਆ। ਤੇ ਜਿੰਨੇ ਵੀ ਗੋਲ ਹੋਏ ਉਹਦੇ ਵਿੱਚ ਜ਼ਿਆਦਾਤਰ ਆਪਾਂ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੀਏ, ਵੈਸੇ ਤੇ ਟੀਮ ਵਰਕ ਹੁੰਦਾ, ਉਹਦੇ 'ਚ ਇਹ ਨਹੀਂ ਹੁੰਦਾ ਕਿ ਇੱਕ ਸਟੇਟ ਦੇ ਮਤਲਬ ਕਿ 6 ਖੇਡਦੇ ਆ ਤੇ ਉਹਨਾਂ ਦੇ ਸਿਰ ਤੇ ਜਿੱਤ ਆਉਣੀ ਆ। ਇਹ ਟੀਮ ਵਰਕ ਹੁੰਦਾ। ਟੀਮ ਸ਼ਾਨਦਾਰ ਖੇਡ ਰਹੀ ਸੀ ਅੱਜ। ਪਾਸਸ ਬਹੁਤ ਅੱਛੇ ਸੀ ਇਹਨਾਂ ਦੇ, ਕੰਟਰੋਲ ਬਹੁਤ ਅੱਛਾ ਸੀ, ਬਹੁਤ ਹੱਦ ਤੱਕ ਗੇਂਦ ਤੇ ਇਹ ਕਾਬਜ਼ ਰਹੇ ਨੇ। ਤੇ ਜਦੋਂ ਇਹ ਸਾਰਾ ਕੁਛ ਮਿਲ ਜਾਂਦਾ ਐਡਵਾਂਟੇਜ ਤੁਹਾਨੂੰ, ਪਰ ਇੱਕ ਚੀਜ਼ ਇਹ ਆ ਕਿ ਡਰੈਗ ਫਲਿਕ ਅੱਜ ਵੀ ਇਹਨਾਂ ਦਾ ਕਮਜ਼ੋਰ ਰਿਹਾ ਥੋੜਾ, ਕਿਉਂਕਿ ਜਦੋਂ 3rd ਕੁਆਟਰ ਖਤਮ ਹੋਣ ਜਾ ਰਿਹਾ ਸੀਗਾ, ਕਿਉਂਕਿ ਹਾਕੀ ਦੇ ਵਿੱਚ ਹੁਣ 2 ਹਾਫ ਨਹੀਂ ਹੁੰਦੇ, 4 ਕੁਆਟਰ ਹੁੰਦੇ ਆ। ਤਾਂ ਜਿਹੜਾ ਤੀਸਰਾ ਕੁਆਟਰ ਬਿਲਕੁਲ ਐਂਡਿੰਗ ਤੇ ਸੀ, ਫਿਨਿਸ਼ਿੰਗ ਤੇ ਸੀ, ਤਾਂ ਉੱਥੇ ਕਾਫੀ ਪੈਨਲਟੀ ਕਾਰਨਰ ਮਿਲੇ। ਤਾਂ ਮੇਰਾ ਮੰਨਣਾ ਜਾਤੀ ਤੌਰ ਤੇ ਕਿ ਇੱਕ ਘੱਟੋ ਘੱਟ ਉੱਥੇ ਕਨਵਰਟ ਹੋਰ ਹੋਣਾ ਚਾਹੀਦਾ ਸੀ। ਮਤਲਬ ਕਿ ਟੇਬਲ ਦਾ ਸਕੋਰ ਜਿਹੜਾ ਹੈ ਉਹ 4-1 ਹੋਣਾ ਚਾਹੀਦਾ ਸੀਗਾ, ਕਿਉਂਕਿ ਉੱਥੇ 5-6 ਇਹਨਾਂ ਨੇ ਲਏ ਸੀਗੇ ਚਾਂਸ। ਤਕਰੀਬਨ 4 ਤਾਂ ਲਗਾਤਾਰ 3-4 ਲਗਾਤਾਰ ਹੀ ਮਿਲ ਗਿਆ ਸੀ। ਤਾਂ ਉਹਦੇ ਵਿੱਚ 2 ਗੋਲ, ਕਿਉਂਕਿ ਸਾਡੇ ਕੋਲ ਡਰੈਗ ਫਲਿਕਰ ਬਹੁਤ ਜ਼ਬਰਦਸਤ ਨੇ, ਚਾਹੇ ਉਹ ਹਰਮਨ ਆ, ਚਾਹੇ ਵਰੁਣ ਆ, ਚਾਹੇ ਰੁਪਿੰਦਰ ਆ, ਬਹੁਤ ਜ਼ਬਰਦਸਤ ਨੇ ਸਾਡੇ ਕੋਲ। ਇਹ ਜਿਹੜੀ ਬੈਟਰੀ ਹੈ ਬਹੁਤ ਜ਼ਬਰਦਸਤ ਆ। ਉਹ ਕਿਤੇ ਨਾ ਕਿਤੇ ਚਲੋ ਹੋ ਜਾਂਦੀ ਆ। ਅਗਲੇ ਮੈਚ ਜਾਪਾਨ ਦੇ ਨਾਲ ਇਹਨਾਂ ਨੇ ਭਿੜਨਾ ਵਾ। ਜਾਪਾਨ ਕਿਉਂਕਿ ਉਹਨਾਂ ਨੂੰ ਹੋਮ ਐਡਵਾਂਟੇਜ ਆ, ਕਮਜ਼ੋਰ ਨਹੀਂ ਸਮਝਿਆ ਜਾ ਸਕਦਾ। ਪਰ ਤੈਅ ਆ ਕਿ ਇਹ ਪੂਲ ਦੇ ਵਿੱਚੋਂ ਟੌਪ ਦੀਆਂ 2 ਟੀਮਾਂ ਚੋਂ ਇੱਕ ਹੋਣਗੇ। ਦੂਜੀ ਗੱਲ ਇਹ ਆ ਕਿ ਇਕੱਲੀ ਇਹ ਹਾਕੀ ਨਹੀਂ ਹੈ। ਅੱਜ ਸਾਡੀ PV ਸਿੰਧੂ ਜਿੱਤੀ ਆ, ਬਹੁਤ ਜ਼ਬਰਦਸਤ ਖਿਡਾਰਨ ਆ, ਉਹ ਕੁਆਟਰ ਫਾਈਨਲ 'ਚ ਚਲੇ ਗਈ ਆ। ਆਤਨੂ ਦਾਸ ਸਾਡਾ ਉਹ ਵੀ ਆਰਚਰੀ ਦੇ ਵਿੱਚ ਇਸ ਟਾਈਮ ਨਿਰਣਾਇਕ ਮੈਚ ਦੇ ਵਿੱਚ ਆ, ਬਹੁਤ ਜ਼ਬਰਦਸਤ ਉਹ ਵੀ ਨਿਸ਼ਾਨੇਬਾਜ਼ ਆ। ਦੀਪਿਕਾ ਗਾਂ ਵੱਧ ਗਈ ਆ। ਪੂਜਾ ਦੇ ਕੋਲੋਂ ਵੀ ਓਲੰਪਿਕ ਮੈਡਲ ਦੀ ਉਮੀਦ ਆ, ਉਹ ਵੀ ਕੁਆਟਰ ਦੇ ਵਿੱਚ ਆ। ਸੋ ਕਾਫੀ ਉਮੀਦਾਂ ਨੇ। ਅੱਜ ਜੇ ਦੇਖੀਏ ਤਾਂ ਸਵੇਰੇ ਬਹੁਤ ਜ਼ਬਰਦਸਤ ਖਬਰਾਂ ਆਈਆਂ। PV ਸਿੰਧੂ ਵੀ ਜਿੱਤ ਗਈ ਇੱਕ ਤਰਫਾ ਮੈਚ। ਆਤਨੂ ਦਾਸ ਕੋਰੀਆਈ ਬਹੁਤ ਤਕੜਾ ਤੀਰਅੰਦਾਜ਼ ਆ, ਉਹਨੂੰ ਹਰਾ ਰਿਹਾ, ਮੇਰੇ ਸਾਹਮਣੇ ਚੱਲ ਰਿਹਾ ਹੈ ਆਰਚਰੀ ਦਾ ਮੈਚ। ਸੋ ਕਾਫੀ ਕੁਛ ਆ ਇੰਡੀਆ ਲਈ ਹਲੇ ਬਚਿਆ ਹੋਇਆ ਓਲੰਪਿਕ ਦੇ ਵਿੱਚ। ਪਰ ਹਾਕੀ ਜਿਹੜੀ ਆ ਉਹ ਇਸ ਟਾਈਮ ਇੱਕ ਉਮੀਦ ਬਣ ਕੇ ਬੈਠੀ ਆ। ਉਹ ਇਸ ਕਰਕੇ ਕਿਉਂਕਿ 80 ਤੋਂ ਬਾਅਦ ਸਾਨੂੰ ਇਹਦੇ 'ਚੋਂ ਮੈਡਲ ਆਇਆ। ਕੈਪਟਨ ਨੇ ਅੱਖ ਚੱਬਿਆ ਦੀ ਗੱਲ ਕਰਾਂਗੇ। ਸੋ ਕਹਿ ਸਕਦੇ ਹਾਂ ਟੋਟਲ ਕਿ ਇਹ ਤੁਹਾਡੀ ਭਾਰਤ ਵਾਲੀ ਜਿਹੜੀ ਅੱਜ ਦੀ ਸਵੇਰ ਸਾਡੇ ਤਾਂ ਹੁਣ ਰਾਤ ਪਈ ਹੈ, ਭਾਰਤੀਆਂ ਨੂੰ ਫਿਰ ਨਿਹਾਲ ਕਰ ਗਈ ਹੈ। ਹਾਂਜੀ ਨਿਹਾਲ, ਵੈਸੇ ਸਾਡੇ ਇਲਾਕੇ ਨੂੰ ਵੀ ਨਿਹਾਲ ਕਰ ਗਈ, ਕਿਉਂਕਿ ਇੱਧਰ ਸਾਰੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਸੀਗਾ। ਕੁਛ ਏਰੀਆ ਸੀਗਾ ਕਿ ਉੱਥੇ ਮੀਂਹ ਨਹੀਂ ਸੀ ਪੈ ਰਿਹਾ। ਉਹਦੇ ਵਿੱਚ ਸਾਡੀ ਬੈਲਟ ਹੈ ਜਿਹੜੀ ਮਲੋਟ, ਫਾਜ਼ਿਲਕਾ, ਜਲਾਲਾਬਾਦ, ਮਮਦੋਟ, ਇਹਨਾਂ ਏਰੀਏ ਦੇ ਵਿੱਚ ਮੀਂਹ ਨਹੀਂ ਸੀਗਾ। ਤੇ ਕੱਲ ਵੀ ਕੁਦਰਤ ਨੇ ਝੜੀ ਲਾ ਦਿੱਤੀ ਆ। ਵੀਰਵਾਰ ਦੀ ਝੜੀ ਨਾ ਕੋਠਾ ਕਹਿੰਦੇ ਹੁੰਦੇ ਆ। ਸੋ ਉਹ ਹੁਣ ਨਾ ਕੋਠਾ ਤੇ ਪਤਾ ਨਹੀਂ ਉਹ ਅੱਗੇ ਕੀ ਸ਼ਬਦ ਬੋਲਦੇ ਤੇ ਘੜੀ ਕੇ ਪਤਾ ਨਹੀਂ ਕੀ। ਚਲੋ ਸਾਡੇ ਜਿੰਨੇ ਵੀ ਵੀਰ ਨੇ ਵੀ ਗੜੀ ਵੀ ਕਹਿ ਦਿੰਦੇ ਸੀ ਕਿ ਸ਼ਾਇਦ ਦੱਸਣ ਨੇ ਮੁਹਾਵਰਾ ਕੀ ਆ, ਵੀਰਵਾਰ ਦੀ ਝੜੀ। ਹਾਂਜੀ, ਉਹ ਸਾਡੀ ਮਾਤਾ ਕਹਿੰਦੀ ਹੁੰਦੀ ਸੀ ਉਹ ਵੀਰਵਾਰ ਜਦੋਂ ਏਦਾਂ ਹੋਣਾ ਬੜੀਆਂ ਝੜੀਆਂ ਲੱਗਦੀਆਂ ਸੀ। ਹੁਣ ਸੌਣ ਥੋੜਾ ਉਲਟ ਪੁਲਟ ਹੋ ਗਿਆ ਕਲਾਈਮੇਟ ਚੇਂਜ ਕਰਕੇ। ਤੇ ਅਸੀਂ ਤੇ ਪੱਠੇ ਵੀ ਮੰਜਾ ਰੱਖ ਕੇ ਵੜਦੇ ਹੁੰਦੇ ਸੀ। ਨਿੱਕੇ ਜਿਹੇ ਹੁੰਦੇ ਜਦੋਂ ਆਪਦੇ ਬਾਪੂ ਨਾਲ ਜਾਣਾ
ਉਹਨੇ ਕਹਿਣਾ ਵੀ ਚਲੋ ਅੱਜ ਸਕੂਲ ਤੋਂ ਮਿਸ ਕਰੋ, ਸਾਨੂੰ ਖੁਸ਼ੀ ਚੜ ਜਾਂਦੀ ਸੀ ਕਿ ਅੱਜ ਪਹਿਲੀ ਗੱਲ ਤੇ ਉੱਥੇ ਰੁੱਖਾਂ ਥੱਲੇ ਬਹਿ ਕੇ ਤੇ ਪੜ੍ਹਦੇ ਹੁੰਦੇ ਸੀ, ਚਲੋ ਵੀ ਮੀਂਹ ਪੈ ਗਿਆ ਅੱਜ ਕੰਮ ਬਣ ਗਿਆ। ਤੇ ਫਿਰ ਉਹਨਾਂ ਕਹਿਣਾ ਚਲੋ ਚਰੀ ਵੱਢ ਕੇ ਲਿਆਈਏ, ਕਿਉਂਕਿ ਇਹਨਾਂ ਦਿਨਾਂ 'ਚ ਚਰੀ ਬੜੀ ਹੁੰਦੀ ਹੈ। ਤੇ ਫਿਰ ਮੰਜਾ ਲੈ ਜਾਣਾ ਨਾਲ, ਪਾਣੀ ਦੇ ਵਿੱਚ ਉਹ ਮੰਜਾ ਢਾ ਲੈਣਾ ਤੇ ਉੱਤੇ ਵੱਢ ਕੇ ਕੂਲੇ ਬਣਾਈ ਜਾਣੇ। ਤੋ ਦਿਲਚਸਪ ਗੱਲਾਂ ਤਾਂ ਇੱਧਰ ਵੀ ਨਿਹਾਲ ਕਰ ਗਈ ਆ ਕੁਦਰਤ। ਉਹ ਤਾਂ ਚਰੀ ਚੂਪਣ ਵਾਲੀ ਹੁੰਦੀ ਸੀਗੀ, ਬੰਦੇ ਮਿੱਠੀ ਚਰੀ ਹੁੰਦੀ ਸੀ, ਚੂਪ ਲੈਂਦੇ ਸੀ। ਹਾਂਜੀ ਮਿੱਠੀ ਚਰੀ ਹੁੰਦੀ ਸੀ। ਉਹ ਹੁਣ ਤਾਂ ਵੀ ਬਦਲ ਗਏ ਨੇ, ਬੀਆਂ ਦਾ ਫਰਕ ਪੈਂਦਾ ਰਹਿੰਦਾ ਆ। ਤੇ ਵੈਸੇ ਬੜੀ ਚਰੀ ਹੁੰਦੀ ਸਾਡੇ ਏਰੀਏ ਤਾਂ ਬਹੁਤ, 2-2 ਡੇਢ ਬੰਦੇ ਜਿੰਨਾ ਕੱਦ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ। ਚਰੀ ਤਾਂ ਆਪਣੇ ਸਾਰੇ ਪੰਜਾਬ 'ਚ ਹੀ ਹੁੰਦੀ ਹੈ ਵੈਸੇ। ਜਵਾਰ ਬੀਜਦੇ ਹੁੰਦੇ ਸੀ ਸਾਡੇ ਇੱਧਰ, ਜ਼ਿਆਦਾ ਜਵਾਰ ਬੀਜੀ ਜਾਂਦੀ ਸੀ, ਹੁਣ ਤੇ ਬਹੁਤ ਘੱਟ ਬੀਜੀ ਜਾਂਦੀ ਆ। ਸਾਡੇ ਇੱਧਰ ਜਵਾਰ ਬਹੁਤ ਹੁੰਦੀ ਸੀ ਪੁਰਾਣੀ। ਟਾਂਡੇ ਚੂਪ ਦਾ ਚਰੀ ਦੇ ਖਾਣੀਆਂ, ਘਰ 'ਚ ਸੰਦੂਰੀ ਅੰਬੀਆਂ, ਸੁਣਿਆ ਗੀਤ ਵੌਇਸ ਆਫ ਸਿਟੀ 2020? ਹਾਂਜੀ, ਨਰਿੰਦਰ ਆਪਣੇ ਸੁਰਿੰਦਰ ਕੌਰ ਜੀ ਦਾ ਸੁਣਾਵਾਂ ਕੀਰਤਨ। ਕੈਪਟਨ ਨੇ ਅੱਕ ਚੱਬਿਆ, ਬਿਜਲੀ ਸਮਝੌਤੇ ਤੇ ਫੈਸਲਾ ਲਿਆ, ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਜਿਹੜੇ ਬਿਜਲੀ ਸਮਝੌਤੇ ਆ ਉਹ ਰੱਦ ਕਰਨ ਦਾ ਤਾਂ ਇਹਨਾਂ ਨੇ ਕਿਹਾ ਕਿ ਇੱਥੇ ਹੀ ਆ ਮੇਰੇ ਖਿਆਲ ਜਿਹੜਾ ਹਾਲ ਦੀ ਘੜੀ ਦਾ ਜਿਹੜਾ ਤਲਵੰਡੀ ਸਾਬੋਕੇ ਵਾਲਾ ਥਰਮਲ ਆ। ਦੇਖੋ ਗੱਲ ਕੀ ਆ, ਇਹ ਦੋ ਅਰਸੀ ਗੱਲ ਆ, ਕੋਈ ਬਹੁਤੀ ਲੰਬੀ ਚੌੜੀ ਨਹੀਂ ਹੈ ਕਿ ਇਹ ਹੁਣ ਮੇਰੇ ਖਿਆਲ ਦੇ ਨਾਲ ਜਿਹੜਾ ਕਦਮ ਚੁੱਕਣ ਜਾ ਰਹੇ ਆ ਨਾ, ਇਹ ਤਾਂ ਹੈ ਚਲੋ ਪੋਲੀਟੀਕਲ ਇੱਕ ਪ੍ਰੈਸ਼ਰ ਹੈ। ਇਹ ਐਸਾ ਕਦਮ ਹੋਏਗਾ ਜਿਹੜਾ ਪੰਜਾਬ ਦੇ ਵੱਟ ਕੱਢ ਦੇਗਾ ਵੱਟ। ਇਹ ਬਹੁਤ ਜਜ਼ਬਾਤੀ ਮੁੱਦਾ ਬਣਾ ਦਿੱਤਾ ਗਿਆ, ਔਰ ਜਦੋਂ ਜਜ਼ਬਾਤੀ ਮੁੱਦਾ ਬਣ ਜਾਂਦਾ ਜਨਤਾ ਸਿਰਫ ਇੱਕ ਪੱਖ ਤੋਂ ਸੋਚਦੀ ਹੈ, ਦੂਸਰਾ ਪੱਖ ਨਹੀਂ ਸੋਚਦੀ। ਉਹ ਸਿੱਧੂ ਸਾਹਿਬ ਨੇ ਕਿਹਾ ਆਪਾਂ ਬਾਹਰ ਤੋਂ ਲੈ ਲਈਏ ਬਿਜਲੀ, ਤਾਂ 6800 ਮੈਗਾਵਾਟ ਤੋਂ ਵੱਧ ਤੁਹਾਡੀ ਕਪੈਸਿਟੀ ਹੈ ਨਹੀਂ ਜੀ, ਤੁਹਾਡੀਆਂ ਲਾਈਨਾਂ ਹੀ ਨਹੀਂ ਹੈਗੀਆਂ, ਤੁਸੀਂ ਉਹਨਾਂ ਨੂੰ ਵਧਾਇਆ ਹੀ ਨਹੀਂ, ਕਪੈਸਿਟੀ ਨੂੰ ਨਹੀਂ ਵਧਾਇਆ, ਕਿੱਥੇ ਲਾਈਟ ਚਲਾਓਗੇ? ਕਿਉਂਕਿ ਇਹਦੇ ਨਾਲ ਕੀ ਹੋਣਾ ਹੈ ਕਿ 2000 ਮੈਗਾਵਾਟ ਤੇ 35 ਸੱਟੇ ਤੁਹਾਨੂੰ ਸ਼ਾਰਟੇਜ ਹੋ ਜਾਣਾ ਉਹਦਾ 2000 ਮੈਗਾਵਾਟ। ਇਹ ਗੱਲਾਂ ਸਿਆਸਤ ਦੀਆਂ ਜਜ਼ਬਾਤੀ ਗੱਲਾਂ ਕਹ ਲਓ ਕਿ ਆਪਣੇ ਪੱਖ ਤੋਂ ਠੀਕ ਹੁੰਦੀਆਂ ਨੇ। ਤੇ ਇਹਦੇ 'ਚ ਜੋ ਕੀਤਾ ਉਹ ਵੀ ਠੀਕ ਹੈ, ਦਰੁਸਤ ਹੈ ਕਿ ਬਾਈ ਉਹ ਬਹੁਤ ਕੁਝ ਗਲਤ ਹੋਇਆ, ਪਰ ਉਹਨੂੰ ਸਹੀ ਕਰਨ ਦੀ ਥਾਂ ਤੇ ਹੁਣ ਜੋ ਇਹ ਕਰਨ ਜਾ ਰਹੇ ਆ, ਕਿਉਂਕਿ ਆਪਦੇ ਬੰਦਿਆਂ ਦਾ ਪ੍ਰੈਸ਼ਰ ਜ਼ਿਆਦਾ ਹੈ, ਆਲਾ ਕਮਾਨ ਦਾ ਪ੍ਰੈਸ਼ਰ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਤੇ। ਤਾਂ ਹੁਣ ਜਦੋਂ ਕਰਨ ਜਾ ਰਹੇ ਆ, ਤੁਸੀਂ ਕੁਛ ਨਾ ਕਰੋ, ਜਾ ਕੇ ਇਹਨਾਂ ਦਾ ਚਾਰਟ ਦੇਖ ਲਓ ਪਾਵਰਕਾਮ ਦਾ, ਉਹਦੇ 'ਚ ਸਾਫ਼ ਸੰਕੇਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਪੰਜਾਬ ਦੇ ਵਿੱਚ 5-7 ਸਾਲਾਂ ਦੇ ਵਿੱਚ ਤਕਰੀਬਨ ਲਾ ਲਓ ਕਿ 25 ਤੋਂ 30% ਬਿਜਲੀ ਘਟ ਜਾਏਗੀ। ਇੱਕ ਹਿੱਸਾ ਬਿਜਲੀ ਘਟ ਜਾਏਗੀ ਕਿਉਂਕਿ ਖਪਤ ਵੱਧ ਰਹੀ ਹੈ। ਉਤਪਾਦਨ ਵਧਾਉਣ ਦੀ ਥਾਂ ਤੇ ਤੁਸੀਂ ਘਟਾਉਣ ਜਾ ਰਹੇ ਹੋ। ਤੁਹਾਡੇ ਜਿਹੜੇ ਆਪਣੇ ਥਰਮਲ ਸੀ ਉਹ ਤੁਸੀਂ ਬਿਲੇ ਲਾ ਦਿੱਤੇ ਆ ਜੀ। ਬਠਿੰਡੇ ਵਾਲਾ ਗਿਆ, ਰੋਪੜ ਵਾਲਾ ਤਕਰੀਬਨ ਖਰਾਬ ਰਹਿੰਦਾ, ਲਹਿਰੇ ਵਾਲਾ ਜਿਹੜਾ ਉਹ ਵੀ ਉਹ ਲਹਿਰਾਂ ਦੇ ਨਾਲ ਹੀ ਚੱਲਦਾ ਹੈ। ਜੇ ਤਾਂ ਲਹਿਰਾਂ ਮੱਠੀਆਂ ਹੋਣ ਤੇ ਉਹ ਅੱਗੇ ਸਫ਼ਰ ਤੈਅ ਕਰਦਾ, ਨਹੀਂ ਤੇ ਬਸ ਬਿਮਾਰ ਆ ਜੀ। ਤਾਂ ਉਹਨਾਂ ਨੂੰ ਵੀ ਤੁਸੀਂ ਠੀਕ ਨਹੀਂ ਕਰ ਪਾ ਰਹੇ। ਨਿੱਜੀ ਜਿਹੜੇ ਥਰਮਲ ਆ, ਪਹਿਲਾਂ ਤੇ ਤੁਸੀਂ ਕਹਿੰਦੇ ਸੀਗੇ ਕਿ ਪਾਕਿਸਤਾਨ ਨੂੰ ਵੇਚਾਂਗੇ ਬਿਜਲੀ, ਹਾਲਾਂਕਿ ਇਹਨਾਂ ਨੇ ਇੱਕ ਸਬ ਕਮੇਟੀ ਬਣਾਈ ਸੀ, ਮੈਨੂੰ ਯਾਦ ਆ ਉਹਦੇ ਚ ਰਾਣਾ ਗੁਰਜੀਤ ਸਿੰਘ ਵੀ ਹੁੰਦਾ ਸੀ ਉਦੋਂ, ਮੇਰੇ ਖਿਆਲ ਦੇ ਨਾਲ ਖਾਲੀ ਖਜ਼ਾਨਾ ਮੰਤਰੀ ਵੀ ਸਨ। ਤਾਂ ਉਹਨਾਂ ਨੇ ਉਸ ਟਾਈਮ ਇੱਕ ਸਿਫਾਰਿਸ਼ ਦਿੱਤੀ ਸੀ ਇਹਨਾਂ ਨੂੰ ਕਿ ਸਾਨੂੰ ਵਕਤੀ ਤੌਰ ਤੇ 4-5 ਮਤਲਬ ਕਿ ਇਸ ਤਰ੍ਹਾਂ ਦੇ ਲਾਉਣੇ ਚਾਹੀਦੇ ਆ ਰੋਪੜ ਏਰੀਏ ਦੇ ਵਿੱਚ, ਜਿਹੜੇ ਕਿ ਸਮੇਂ ਦੇ ਅਨੁਸਾਰ ਮਤਲਬ ਕਿ ਜਿੱਥੇ ਸਾਨੂੰ ਲੱਗਦਾ ਵਾ ਕਿ ਸੁਪਰ ਕ੍ਰਿਟੀਕਲ ਟੈਕਨੋਲੋਜੀ ਦੇ ਪਲਾਂਟ ਜਿਹੜੇ ਸਥਾਪਿਤ ਕਰਨੇ ਚਾਹੀਦੇ। ਸਾਨੂੰ ਜਿੱਥੇ ਵੀ ਲੱਗਦਾ ਹੈ ਕਿ ਅਸੀਂ ਮਾਤ ਖਾ ਰਹੇ ਹਾਂ, ਸਾਡੀ ਘਾਟ ਆ, ਤੇ ਅਸੀਂ ਉਹ ਪੂਰੀ ਕਰ ਸਕੀਏ। ਬਹਰਹਾਲ ਕੁਛ ਵੀ ਨਹੀਂ ਕੀਤਾ ਗਿਆ, ਆਪਣੀ ਸਬ ਕਮੇਟੀ ਦੀ ਕੋਈ ਸਿਫਾਰਿਸ਼ ਲਾਗੂ ਨਹੀਂ ਕੀਤੀ। ਤੇ ਹੁਣ ਤੁਸੀਂ ਜੇ ਇਹਨਾਂ ਦਾ ਚਾਰਟ ਦੇਖੋਗੇ, ਉਹਦੇ ਤੇ ਝਾਤ ਪਾਓਗੇ ਤਾਂ ਆਉਣ ਵਾਲੇ ਮਤਲਬ ਕਿ 21-22 ਤੋਂ ਲੈ ਕੇ, ਕਿਉਂਕਿ ਜੇ ਨਵਾਂ ਥਰਮਲ ਵੀ ਤੁਸੀਂ ਉਸਾਰੋਗੇ ਤਾਂ ਉਹ ਦਿਨ ਚੜ੍ਹਦੇ ਨੂੰ ਨਹੀਂ ਚੱਲਣਾ, 5-6 ਸਾਲ ਉਹਨੂੰ ਲੱਗਣੇ ਨੇ। ਤਾਂ 5-6 ਸਾਲਾਂ 'ਚ ਜਿਹੜੀ ਇਹ ਬਿਜਲੀ ਆ, ਇਹ ਮੰਨਣਾ ਹੈ ਖੁਦ ਪਾਵਰਕਾਮ ਦਾ ਕਿ 23 ਤੋਂ 30%। ਹੁਣ ਦੇਖੋ ਕਿੱਥੋਂ ਲਓਗੇ ਬਿਜਲੀ, ਬਾਹਰੋਂ ਤੁਸੀਂ ਉਨੀ ਕੁ ਲੈ ਸਕਦੇ ਹੋ, ਲਿਮਿਟਡ। ਸੋ ਇਹ ਸੋਚ ਲੈਣ, ਵਿਚਾਰ ਲੈਣ, ਕਿਉਂਕਿ ਇਹ ਤੇ ਹੋ ਸਕਦਾ ਕੱਲ ਨੂੰ ਸੱਤਾ ਤੋਂ ਬਾਹਰ ਹੋ ਜਾਣਾ। ਇਹ ਤਾਂ ਬਾਹਰ ਹੋ ਜਾਣ। ਜਿਹੜਾ ਵਕਤ ਪੈਣਾ ਹੈ ਪੰਜਾਬੀਆਂ ਨੂੰ, ਐਤਕੀ ਅਸੀਂ ਸਰ 24 ਘੰਟੇ ਚੋਂ 10-10 ਘੰਟੇ ਕੱਟ ਫੇਸ ਕੀਤਾ ਵਾ, 10-10 ਘੰਟੇ
10-10 ਘੰਟੇ ਕੱਟ ਤੁਸੀਂ ਇੱਕ ਦੇਖੋ ਕਿ ਜਦੋਂ ਟੈਂਪਰੇਚਰ ਤੁਹਾਡੇ 43-44 ਹੋਵੇ ਚਿਗਾੜੇ ਕਢਾ ਦਿੰਦਾ, ਚਿਗਾੜੇ ਨਿਕਲਦੇ ਆ ਜੀ, ਔਰ ਮਤਲਬ ਸੂਲਾਂ ਚੁੱਭਦੀਆਂ ਨੇ ਗਰਮੀ ਦੀ। ਸਿਰਫ ਐਤਕੀ ਕਿੰਨੀ ਸੀ ਘਾਟ ਲਾ ਲਓ ਕਿ ਆਪਣੀ 8-10% ਲਾ ਲਓ ਘਾਟ ਸੀ, ਤੇ ਜੇ ਇਹਨੂੰ ਤਿੱਗਣਾ ਲੈ ਜਾਓਗੇ ਤਾਂ ਮਤਲਬ ਹੈ ਕਿ 15 ਤੋਂ 16 ਘੰਟੇ ਕੱਟ ਫੇਸ ਕਰਨੇ ਪੈਣਗੇ ਦੇਹਾਤ ਨੂੰ, ਘਰੇਲੂ ਖਪਤਕਾਰ ਨੂੰ, ਜੇ ਆਪਾਂ ਇਹਨਾਂ ਦਾ ਚਾਰਟ ਦੇਖੀਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਹੈ। ਹਾਂ, ਇਹਦਾ ਹੱਲ ਮੇਰਾ ਮੰਨਣਾ ਆ ਕਿ ਦੇਖੋ ਜੋ ਹੁਣ ਤੁਸੀਂ ਕੀਤਾ ਠੀਕ ਹੈ, ਉਹਨੂੰ ਠੀਕ ਕਰ ਲਓ, ਟੇਬਲ ਤੇ ਲਿਆ ਕੇ ਉਹਨਾਂ ਨੂੰ ਸਮਝੌਤਿਆਂ ਨੂੰ ਅਮੈਂਡਮੈਂਟ ਕਰਕੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਮਸਲਨ ਇੱਕ ਮਿਸਾਲ ਦੇ ਦੇਣਾ, ਗੱਲ ਖਤਮ ਕਰ ਦੇਣਾ, ਇਹਨੂੰ ਲੰਮੀ ਜਿੰਨੀ ਮਰਜ਼ੀ ਲੈ ਜਾਈਏ ਕਿ ਦੇਖੋ ਉਹਨਾਂ ਦੇ ਕੋਲ ਖੋਲਿਆ ਤੇ ਫਿਕਸਿੰਗ ਜਿਹੜੀ ਉਹ ਚਾਰਜਿੰਗ ਦੀ ਉਹ ਕਰਕੇ ਬੈਠੇ ਆ, ਪਰ ਉਹਦੇ ਵਿੱਚ ਕੀ ਹੈ ਕਿ ਉਹਨਾਂ ਕੋਲ ਇੱਕ ਹੋਰ ਐਕਸਟਰਾ ਖੋਲਿਆ ਕਿ ਉਹ ਇੱਕ ਯੂਨਿਟ ਨੂੰ ਤਕਰੀਬਨ 350 ਦਿਨ ਤੱਕ ਬੰਦ ਰੱਖ ਸਕਦੇ ਆ। ਉਹਦੇ ਚ 2 ਯੂਨਿਟ ਜਿਹੜੇ ਆ ਉਹ ਤਕਰੀਬਨ 250 ਦਿਨ ਬੰਦ ਰੱਖ ਸਕਦੇ ਆ। ਇਹ ਅਮੈਂਡਮੈਂਟ ਕਰਵਾਈ ਜਾ ਸਕਦੀ ਟੇਬਲ ਤੇ ਲਿਆ ਕੇ ਕਿ ਹਾਂ ਭਾਈ ਆ ਜਿਹੜਾ ਮਸਲਾ ਹੈ ਕਿ ਪੀਕ ਸੀਜ਼ਨ ਦੇ ਵਿੱਚ ਅਸੀਂ ਤੁਹਾਡਾ ਯੂਨਿਟ ਕੋਈ ਬੰਦ ਨਹੀਂ ਹੋਣ ਦੇਣਾ, ਬੰਦ ਨਹੀਂ ਹੋਣ ਦੇਣਾ। ਫਿਕਸ ਚਾਰਜਸ ਜਿਹੜੇ ਆ ਉਹ ਵੇਖ ਲੈਣ, ਫਿਕਸ ਚਾਰਜਸ, ਕਿਉਂਕਿ ਦੇਖੋ ਉਹਨਾਂ ਦਾ ਆਪਣਾ ਖਰਚਾ ਹੈ ਕਿੰਨਾ ਬਣਦਾ ਹੈ, ਕਿਉਂਕਿ ਜੇ ਸਾਡੇ ਕੋਲ ਸਾਡਾ ਆਫ ਸੀਜ਼ਨ ਹੋ ਜਾਂਦਾ ਹੈ ਲਾ ਲਓ ਕਿ ਮਿਡ ਅਕਤੂਬਰ ਤੋਂ ਨਹੀਂ, ਸਤੰਬਰ ਦੇ ਅਖੀਰ 'ਚ ਹੀ ਲਾ ਲਓ ਤੁਸੀਂ, ਸਾਡਾ ਆਫ ਸੀਜ਼ਨ ਹੈ ਤੇ ਉਹ ਆਫ ਸੀਜ਼ਨ ਰਹਿੰਦਾ ਗਾਂ ਜਾ ਕੇ ਮਈ ਤੱਕ, ਅਪ੍ਰੈਲ ਮਈ ਤੱਕ, ਤਾਂ ਉਹ ਜਿਹੜਾ ਹੈ ਉਹਦੇ ਵਿੱਚ ਫਿਕਸ ਚਾਰਜਸ ਜਿਹੜੇ ਆ ਉਹ ਘੱਟ ਵੀ ਕੀਤੇ ਜਾ ਸਕਦੇ ਆ। ਕਿਆ ਭਾਈ ਉਹ ਤੁਸੀਂ ਘੱਟ ਕਰੋ ਜਿੰਨੇ ਕੁ ਵਾਜਬ ਬਣਦੇ ਤੁਹਾਡਾ ਖਰਚਾ, ਕਿਉਂਕਿ ਉੱਥੋਂ ਥਰਮਲ ਵਾਲੇ ਵੀ ਸੱਚੇ ਹੋਣਗੇ ਨਾ ਕਿ ਭਾਈ ਤੁਸੀਂ ਬਿਜਲੀ ਨਹੀਂ ਲਾਓਗੇ ਆਫ ਸੀਜ਼ਨ 'ਚ, ਸਾਨੂੰ ਤਾਂ ਖਰਚੇ ਪੈਣੇ ਆ ਨਾ, ਤਾਂ ਕੁਝ ਹੱਦ ਤੱਕ ਤਾਂ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਫਿਰ ਸਭ ਤੋਂ ਵੱਡੀ ਗੱਲ ਤੁਸੀਂ ਆਪਣੇ ਜਿਹੜੇ ਤੁਹਾਡੇ ਰਾਜ ਦੇ ਵਿੱਚ ਸਮਝੌਤੇ ਹੋਏ ਆ ਉਹ ਕਿਉਂ ਨਹੀਂ ਜੇ ਰੱਦ ਕਰ ਰਹੇ, ਕਿਉਂਕਿ ਸੋਲਰ ਜਿਹੜੇ ਪਲਾਂਟ ਲੱਗੇ ਆ ਉੱਥੋਂ 17 ਰੁਪਏ ਖਰੀਦ ਰਹੇ ਨੇ, ਸਾਡੇ ਕੋਲ ਸਾਰਾ ਕੁਝ ਹੈਗਾ, ਡਾਟਾ ਹੈ, 17 ਰੁਪਏ ਇੱਕ ਜਿਹੜਾ ਹੈਗਾ ਸੋਲਰ ਪਾਵਰ ਪਲਾਂਟ, ਉਹਦੇ ਤੋਂ 17 ਰੁਪਏ ਯੂਨਿਟ ਖਰੀਦੀ ਜਾ ਰਹੀ ਹੈ ਬਿਜਲੀ। ਦੱਸੋ ਕਿਤੇ ਕੋਈ ਰੇਟ ਹੈ 17 ਰੁਪਏ? 17 ਰੁਪਏ ਪੂਰੇ ਇੰਡੀਆ 'ਚ ਮੇਰੇ ਖਿਆਲ ਦੇ ਨਾਲ ਪਹਿਲੀ ਡੀਲ ਹੋਣੀ ਹੈ ਇਹਨਾਂ ਦੀ, ਉਹ ਰੱਦ ਕਰਕੇ ਨਵੇਂ ਸਿਰੇ ਤੋਂ ਲੈ ਲਓ, ਕਿਉਂਕਿ ਸੋਲਰ ਐਨਰਜੀ ਦੇ ਪਲੇਅਰ ਤਾਂ ਬਹੁਤ ਜ਼ਿਆਦਾ ਆ ਰਹੇ ਮੈਦਾਨ ਦੇ ਵਿੱਚ। ਤਾਂ ਇਹ ਜਿਹੜੀ ਹੈ ਸਰਬਪੱਖੀ ਚਰਚਾ ਹੋਣੀ ਚਾਹੀਦੀ ਆ, ਇਹ ਨਹੀਂ ਹੈ ਕਿਉਂਕਿ ਅੱਗੇ ਸਰਪਲਸ ਸੀ ਸੂਬਾ, ਹੁਣ ਸਰਪਲਸ ਨਹੀਂ ਹੈ। ਖੁਦ ਪਾਵਰਕੌਮ ਮੰਨਦਾ ਕਿ ਅਸੀਂ ਬਿਜਲੀ ਦੀ ਘਾਟ ਵਾਲਾ ਸੂਬਾ ਬਣ ਗਏ ਆ ਜੀ, ਕਿਉਂਕਿ ਸਾਡੀ ਖਪਤ ਵੱਧ ਰਹੀ। ਉਹ ਕਿਵੇਂ ਸਾਰੀਆਂ ਚੀਜ਼ਾਂ, ਇਹ ਬਿਜਲੀ ਦੇ ਮਾਹਰਾਂ ਦੀ ਚੰਗੀ ਕੋਈ ਕਮੇਟੀ ਬਣਾ ਲੈਣ, ਹਾਲੇ ਵੀ ਆਖੇ ਲੱਗ ਜਾਣ, ਚੰਗੀ ਕਮੇਟੀ ਬਣਾ ਲੈਣ, ਉਹ ਕੀ ਕਰਦੀ ਆ, ਉਹ ਕੀ ਦੱਸਦੀ ਆ, ਫਿਰ ਉਸ ਤੋਂ ਬਾਅਦ ਫੈਸਲੇ ਲੈ ਜਾਣੇ ਚਾਹੀਦੇ ਆ। ਫੈਸਲੇ ਸਿਆਸਤ ਦੇ ਹਿੱਤ ਨਹੀਂ ਲੈਣੇ ਚਾਹੀਦੇ, ਸਮਾਜ ਦੇ ਹਿੱਤ ਲੈਣੇ ਚਾਹੀਦੇ ਆ, ਔਰ ਸਮਾਜ ਦੇ ਹਿੱਤ ਤੇ ਇਹ ਸੀ ਕਿ ਤੁਸੀਂ ਬਠਿੰਡੇ ਵਾਲਾ ਥਰਮਲ ਨਾ ਦਵਾਉਂਦੇ, ਤੁਸੀਂ ਗਵਾ ਦਿੱਤਾ। ਲਓ ਆਪਾਂ ਅਗਲੀ ਕਾਲ ਲੈ ਲੈਣੇ ਜੀ, 11 ਵੱਜ ਗਏ ਨੇ। ਵੈਲਕਮ ਜੀ। ਖੈਰਾ ਸਾਹਿਬ, ਆਪਣੇ ਕਹਿੰਦੇ ਵੀਰਵਾਈ ਝੜੀ ਪੁਨਾ ਕੋਠਾ ਨਾ ਕੜੀ, ਸਤਵੰਤ ਸਿੰਘ ਬੋਲਦਾ ਜੀ। ਵੀਰਵਾਰ ਦੀ ਝੜੀ ਨਾ ਕੋਠਾ ਨਾ ਕੜੀ, ਨਾ ਕੋਠਾ ਨਾ ਕੜੀ। ਹਾਂ ਮਿੰਟੂ ਜੀ, ਕੜੀ ਉੱਪਰ ਦੇ ਨੂੰ ਬਾਦੇ ਜੀ, ਹਾਂਜੀ ਉਹ ਕੜੀ ਹੁੰਦੀ। ਮੈਂ 2 ਸ਼ਬਦ ਬੋਲੇ ਸੀ, ਇੱਕ ਕੜੀ ਤੇ ਇੱਕ ਗੜੀ, ਜੇ ਆਪਾਂ ਕੋਠਾ ਗੜੀ ਉਹ ਵੀ ਕਹਿ ਦਿੰਦੇ ਆ ਨਾ, ਉਹ ਜਿਹੇ ਚ ਕਨਫਿਊਜ਼ਨ ਸੀ, ਚਲੋ ਠੀਕ ਕਰ ਦਿੱਤਾ। ਵੀਰਵਾਰ ਦੀ ਝੜੀ ਨਾ ਕੋਠਾ ਨਾ ਕੜੀ, ਕੀ ਬਾਤ ਹੈ ਜੀ। ਮਿਹਰਬਾਨੀ ਜਨਾਬ, ਥੈਂਕ ਯੂ, ਧੰਨਵਾਦ। ਤੁਸੀਂ ਉਦੋਂ ਕੱਚੇ ਕੋਠੇ ਹੁੰਦੇ ਸੀ, ਵੀ ਹੁਣ ਨਾ ਤਾਂ ਚੁੱਲ੍ਹਾ ਬੋਲੇ ਤੇ ਫਿਰ ਕੜੀ ਨਾ ਕੜੀ ਤੇ ਨਾ ਕੋਠਾ। ਬਹੁਤ ਬਹੁਤ ਧੰਨਵਾਦ, ਤੁਸੀਂ ਕਾਫੀ ਸਮਾਂ ਹੋਲਡ ਰੱਖ ਕੇ ਸਾਨੂੰ ਇਹ ਸਾਡੀ ਜਿਹੜੀ ਹੈ ਕੀਤੀ ਹੋਈ ਗੱਲ ਨੂੰ ਪੂਰਾ ਕੀਤਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਕਿਤੇ ਜੀ ਕਰਦਾ ਜੀ ਬੋਲ ਚੰਗਾ ਕੀਤਾ ਜੀ, ਚੰਗਾ ਕੀਤਾ, ਕਰਦੇ ਰਿਹਾ ਕਰੋ। ਥੈਂਕ ਯੂ। ਓਕੇ, ਥੈਂਕ ਯੂ ਜੀ। 11 ਵੱਜ ਗਏ ਨੇ, ਤੁਸੀਂ ਸੁਣਦੇ ਪਿਓ, ਸਾਡੇ ਲਈ ਇਹੀ ਬੜੀ ਮਾਣ ਵਾਲੀ ਗੱਲ ਹੈ। CBI ਵੱਧ ਸਕਦੀ ਹੈ, ਪੰਜਾਬ ਦੀ ਸਰਕਾਰ ਦੀਆਂ ਵਧਾ ਸਕਦੀ ਹੈ ਮੁਸ਼ਕਲਾਂ, ਇਹਦੇ ਬਾਰੇ ਵੀ ਕਰ ਲਈਏ ਗੱਲ ਮਿੰਟੂ ਜੀ। ਹਾਂਜੀ, ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਥਿਤ ਘੁਟਾਲਾ ਜਿਹੜਾ ਉਹਦੀ ਹੈ ਕਿ ਜਿਹੜਾ ਨਿਕਲਿਆ ਸੀਗਾ ਕਿ 62 ਕਰੋੜ ਦਾ ਇੱਧਰ ਉੱਧਰ ਹੋਇਆ। ਵੈਸੇ ਤਾਂ ਪੂਰੇ ਇੰਡੀਆ ਦੇ ਵਿੱਚ ਹੀ ਇੱਕ ਬਹੁਤ ਜ਼ਬਰਦਸਤ ਘੁਟਾਲਾ ਹੈ, ਵੱਖ-ਵੱਖ ਸਟੇਟਾਂ 'ਚ ਹੁੰਦੇ ਰਹਿੰਦੇ ਆ, ਕਿਉਂਕਿ ਪਹਿਲਾਂ ਇਹ ਖੁੱਲੀ ਸੀਗੀ ਪਾਲਿਸੀ, ਕੇਂਦਰ ਨੇ ਪੈਸੇ ਵੱਧ ਦੇਣੇ ਸੀ, ਬਹੁਤ ਜ਼ਿਆਦਾ ਦੇਣੇ ਸੀਗੇ, ਤੇ ਰਾਜਾਂ ਦਾ ਨਾਮ ਮਾਤਰ ਹਿੱਸਾ ਸੀਗਾ, ਉਹਦੇ ਵਿੱਚ ਬੜਾ ਇੱਧਰ ਉੱਧਰ ਹੋਇਆ ਮਾਮਲਾ। ਸਾਡੇ ਪੰਜਾਬ 'ਚ ਬੜੇ ਪੈਸੇ ਲੁੱਟੇ ਆ ਲੋਕਾਂ ਨੇ, ਲੋਕਾਂ ਤੋਂ ਭਾਵ ਸਿਆਸੀ ਲੋਕਾਂ ਨੇ ਤਾਂ ਵਿਚਾਰਿਆਂ ਨੇ ਕੀ ਲੁੱਟਣਾ ਆ, ਉੱਥੇ ਆਪਣਾ ਹੀ ਮਾਲ ਸਬਾਬ ਬਚਾ ਲੈਣ ਬੜੀ ਵੱਡੀ ਗੱਲ ਹੈ। ਖੈਰ ਹੋਇਆ ਕੀ ਆ ਕਿ ਹੁਣ ਉਹ ਜਿਹੜਾ ਮਾਮਲਾ ਨਿਕਲਿਆ ਸੀ ਉਹ ਇਹਨਾਂ ਦੇ ਅਫਸਰ ਨੇ ਕੱਢਿਆ ਸੀਗਾ,
फिर इन्हां ने उस अफसर नूं नुकरे ला के ते एक होर कमेटी जी बना दी कि नहीं जी 8-9 करोड़ की गड़बड़ी सी, मतलब मान गए कि गड़बड़ी है। फिर वो मामला चला गया कौमी अनुसूचित जाति कमीशन है जिहड़ा उहदे कोल, ते उत्थे फिर उन्होंने रिकॉर्ड मंगया, इन्होंने रिकॉर्ड देने तो आनाकानी की, रिकॉर्ड देने दे विच RDF वाला रिकॉर्ड दिता, हुण इन्होंने ये दस नहीं रहे, ये गल सिद्धू भी नहीं दसेगा कि RDF के मामले च निसल हो गया, निसल हो गया। उन्होंने आख्या कि वर्बली तुहाडे ते यकीन ही नहीं करते, अमेंडमेंट करो विधान सभा दे विच कि जिहड़ा RDF का पैसा आएगा वो उत्थे ही लगेगा, तुसीं किसानां दा कर्जा माफ नहीं करोगे। ये दस नहीं रहे, लुका रहे ने खबर नूं। तब कहने का भाव यह हुआ कि हुण CBI को जांच पड़ताल से चले गई है क्योंकि सेंटर ने कर ही देना। पर रौला यह है कि पंजाब ने विधान सभा दे विच तुहानूं पता ही मता पाया होया कि CBI जिहड़ी आ साडे पुछे बिना कोई भी इन्वेस्टिगेशन इत्थे शुरू नहीं कर सकेगी, और उहदे विच की है कि इन्हां दे कोल एक अख्तियार है कि दिल्ली पुलिस इन्हां दे कंसेंट तो बिना नहीं आ सकती इत्थे। सॉरी, दिल्ली पुलिस का एस्टैबलिश एक्ट है जिहड़ा उहदे मुताबिक CBI नहीं आ सकती। हुण ये देखना होगा कि की सरकार इलैक्शन के वरे दे विच अपने ही खिलाफ इन्वेस्टिगेशन वास्ते CBI नूं अलाउ करदी है कि नहीं, क्योंकि खेमिया च वंडे है ना, धड़ियां च वंडे है, बिल्कुल इस तरह होएगा तो पता नहीं है। पर मेरे ख्याल दे नाल देखो इन्वेस्टिगेशन जे सच्चे है तो इन्वेस्टिगेशन होण देनी चाहिए है, क्योंकि इत्थे गरीब बच्चों के मुस्तकबिल का सवाल है, उन्होंने भविख का सवाल है, और इन्हां दे अपने अफसर ने तो घोटाला कढ़िया सी, किसी दूजे ने तो कढ़िया नहीं। ये तो कह नहीं सकते कि सुखबीर बादल की जांच पड़ताल है जी असीं यकीन नहीं करते इत्ते। एक सुरंग का चर्चा काफ़ी होया, कहते इतिहासक नहीं रिपोर्ट आ गई है, की कहना चाहोगे? हाँ जी, कमेटी वाले ने भी पुष्टि की है जी, कहते आ कि देखो रिपोर्ट आ गई है, मतलब कि ये चीज़ आपां कह लईए ऑफिशियली पुष्ट कर दी जाती है तो वो मोहर लग जाती है कि हाँ जी सब कुछ होया वा। तो इन्होंने पुष्टि की आ, इक्का दुक्का खबर लगियां ने अज कि दरअसल पुरातत्व विभाग नूं जिहड़ा मेरे ख्याल दे नाल 19-20 जुलाई के करीब लगा सी काम ते ओहदी रिपोर्ट कहते कि आ गई आ, ते इहदे विच नतीजा यह निकलिया, मतलब कि खोज का जो सिटा है कि ये कोई इतिहासक इमारत नहीं है। तो यही पुष्टि जी आ बीबी जगीर कौर ने कर दी है। पर गल तो यह है ना कि दूसरे पासे जो कहा जा रहा है कि ये गुगा ज्ञानिया का है इमारत है। हुण पुरातत्व विभाग किहड़ी इमारत नूं इतिहासक करार देना उन्हां दा हो सकदा अपना कोई क्राइटेरिया हो, पर असीं ते अपना इतिहास वेखना है ना, साडा इतिहास ते नवां है। असीं जे देखिए सिख धर्म आधुनिक धर्म मन्निया जांदा, आधुनिक धर्म है। आधुनिक धर्म का हुण ये तो है नहीं कि वैदिक काल दे नाल जोड़ोगे तुसीं जाके आपदे इतिहास नूं, जां मध्य काल तो शुरू करोगे तुसीं जाके पत्थर काल तो शुरू कर दोगे तुसीं, तो तुसीं आप ये तुसीं तय करना है कि साडे वास्ते इतिहासक की है। पर तुहाडे वास्ते ते चमकौर दी गढ़ी भी इतिहासक नहीं शायद, बिल्कुल बिल्कुल तुहाडे वास्ते तां तरन नाल ही जोड़ी भी वो इतिहासक नहीं सी, बिल्कुल जिहड़ी रात नूं सेवा कीती जिहदी तुहाडे वास्ते इतिहासक की वो ते जरा दस दिओ। बिल्कुल जिथे चढ़ावा चढ़दा तुहाडे वास्ते इतिहासक गोल कोही है जी। असीं कोई गुंगा रख लीए, कोई मतलब कि सामभ के आउण वालियां पीढ़ियां वेखण कि साडे वड्डे वडेरियां ने ये अमृतसर जिहड़ा गुरु की नगरी कहा जाता किवें बसाया सी, इहदे विच इमारत साजी हो सकदा। कल नूं साडे बच्चे खोजां करन, बिल्कुल खोजार्थी यही काम करते हैं, इतिहास नाल जुड़े जिहड़े खोजार्थी हुंदे आ ते उन्हां वास्ते किन्नियां चीज़ां वधिया हो सकदियां सी। वेखण वाली मिंटू जी सब तो वड्डी गल, वेखण वाली सब तो वड्डी गल यह है कि दरबार साहब तो नीवा किन्ना है, वो कितनी डूंगी मिली है, वो मंजिल जिहड़ी भी मिली है कोई भी मिली है, ये चीज़ों तो आइडिया लगता है ना कि उस टाइम मतलब कि किस तरह की वो इमारत साजी करते सन, किस तरह के उन्होंने अपने हुंदे सीगे रहन सहन किस तरह के हुंदे सी, किस तरह की किलेबंदी हुंदी सी। जी 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 जी। ते इस तरह तो फिर जिहड़े राजस्थान वाले किले भी ढवा देंदे, बिल्कुल बिल्कुल, जे तुहाडे वर्गे हुंदे किले अज वो कमाई करते पे पैलसां तो किलियां तो। मैं कहना लोक जांदे ने उत्थे कहंदे मेरा मित्र घुम्मण गया सी अपने बच्चों नाल, ओहदी बेटी कनेडा दे विच आ ते वो आई ते वो कहंदी जी मैं ते पापा इधर जाना ते असीं चलो बंदोबस्त कीता। मैं उन्होंने पूछा, मैं क्या कितने कितने घुमा के लिया गुड़िया ने, तो उन्हें आख्या यार ज्यादा नहीं पैदा, क्योंकि वो भी हिस्टरी की थोड़ी हैगी सी शकीन,
ਉਹ ਕਹਿੰਦੇ ਕਿ 1500 2-2000 ਟਿਕਟ ਹੈ ਉੱਥੇ ਹੈਗੀ ਆ। ਕੁਝ ਥਾਵਾਂ 2-2000 ਤੇ ਉੱਥੇ ਭੀੜਾਂ ਲੱਗੀਆਂ, ਲਾਈਨਾਂ ਲੱਗੀਆਂ। ਲੋਕ ਜਾਂਦੇ ਕੋਵਿਡ ਵਾਲਾ ਨਹੀਂ ਸੀ ਹੈਗਾ, ਉਨੀ ਨਹੀਂ ਗੱਲ ਆ ਮੇਰੇ ਖਿਆਲ ਦੇ ਨਾਲ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹ ਕਿਸ ਤਰ੍ਹਾਂ ਦਾ ਕੰਮ ਲੈ ਰਹੇ ਆ। ਜੇ ਤੁਹਾਡੇ ਅੱਗੇ ਹੁੰਦੇ ਤੇ ਉਹ ਵੀ ਉੱਥੇ ਕਹਿੰਦੇ ਕਿ ਇੱਥੇ ਇਹਨਾਂ ਦਾ ਕੀ ਕੰਮ ਹੈ ਰਟੀਲੇ ਚੀਜ਼ਾਂ ਦੇ। ਬਿਲਕੁਲ ਬਿਲਕੁਲ ਕੁਛ ਨਹੀਂ ਇਹਨਾਂ ਇਹ ਚੀਜ਼ਾਂ ਸਾਂਭ ਲਓ ਜਿੰਨੀਆਂ ਕੋਈ ਤੁਹਾਡੇ ਕੋਲ ਸਾਂਭੀ ਜਾ ਸਕਦੀਆਂ। ਤੁਸੀਂ ਤੇ ਠੰਡੇ ਬੁਰਜ ਨੂੰ ਸੰਗਮਰਮਰ ਲਾਤਾ, ਤੁਸੀਂ ਕਹਿੰਦੇ ਸਿੱਖ ਇਹ ਜਿਹੜੀ ਸਿੱਖੀ ਹੈ ਇੱਟ ਦੇ ਵਿੱਚ ਆ ਨਾ, ਤੁਹਾਡੇ ਵਾਸਤੇ ਤੇ ਬਈ ਸੰਗਮਰਮਰ ਦੇ ਵਿੱਚ ਸਿੱਖੀ ਆ, ਹੋਰ ਤਾਂ ਕਿਤੇ ਹੈ ਹੀ ਨਹੀਂ। ਤੁਹਾਨੂੰ ਤਾਂ 30 ਗ੍ਰਾਮ ਸੋਨਾ ਦੇ ਦੇਵੇ ਕੋਈ ਤੇ ਫੇਰ ਗੁਰੂ ਘਰ ਦੀਆਂ ਖੁਸ਼ੀਆਂ। ਬੁੰਗਾ ਗਿਆਨੀਆਂ ਦੇ ਵੰਸ਼ਜ ਨੇ ਜਿਹੜੇ ਉਹ ਤੁਹਾਨੂੰ ਰਿਕਾਰਡ ਦੇ ਰਹੇ ਹੋ, ਕਹਿੰਦੇ 1988 ਤੱਕ ਜ਼ਮੀਨ ਲਈ ਹੈ ਤੁਸੀਂ ਸਾਡੇ ਤੋਂ। ਮਤਲਬ ਕਿ ਜਦੋਂ ਗਲਿਆਰਾ ਬਣਿਆ 1988 ਚ ਜ਼ਮੀਨ ਦਾ ਤਬਾਦਲਾ ਹੋਇਆ। ਉਹਨਾਂ ਨੇ ਇੱਕ ਮੰਦਿਰ ਵਾਸਤੇ ਵੀ ਮੇਰੇ ਖਿਆਲ ਦੇ ਨਾਲ ਕਈ ਕਨਾਲਾਂ ਜ਼ਮੀਨ ਦਾਨ ਦਿੱਤੀ ਹੋਈ ਆ ਅੰਮ੍ਰਿਤਸਰ ਦੇ ਵਿੱਚ। ਉਹ ਤਾਂ ਰਿਕਾਰਡ ਲੈਂਡ ਰਿਕਾਰਡ ਲੱਭਣਾ ਕੋਈ ਔਖਾ ਨਹੀਂ ਹੈ ਨਾ। ਉੱਥੇ ਜੋੜ ਲਓ, ਚਲੋ 150-200 ਸਾਲ ਵੀ ਪੁਰਾਣਾ ਹੋਵੇ ਤਾਂ ਉਹ ਸਾਡੇ ਲਈ ਇਤਿਹਾਸ ਹੀ ਹੁੰਦਾ ਹੈ। ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਬਜ਼ੁਰਗ ਕਿਸ ਤਰ੍ਹਾਂ ਰਹਿੰਦੇ ਸੀ। ਬਿਲਕੁਲ 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 ਬਿਲਕੁਲ। ਚਲੋ ਐਨੀਵੇ, ਇੱਕ ਜੱਜ ਦੀ ਫਿਲਮੀ ਸਟਾਈਲ ਦੇ ਵਿੱਚ ਹੱਤਿਆ ਹੋਣ ਦੀ ਖਬਰ ਹੈ। ਫਿਲਮ ਦੇਖੀ ਤੁਸੀਂ ਗੈਂਗਸ ਆਫ ਵਾਸੇਪੁਰ? ਹਾਂ, ਆਈ ਥਿੰਕ ਯਾਦ ਆਊਗਾ ਥੋੜਾ ਬਹੁਤਾ। ਗੈਂਗਸ ਆਫ ਵਾਸੇਪੁਰ ਬੜੀ ਜ਼ਬਰਦਸਤ ਫਿਲਮ ਸੀਗੀ। ਹੈ ਤੇ ਅਸਲ ਗੈਂਗਸਟਰਾਂ ਤੇ ਬਣਦੀ ਹੈ ਜਿੱਦਾਂ ਅੱਜ ਕੱਲ੍ਹ ਜ਼ਿਆਦਾ ਮੂਵੀਆਂ, ਤਾਂ ਉਦਾਂ ਦੀ ਆ। ਅੱਛਾ, ਇਹ ਉੱਥੋਂ ਦੀ ਉਹ ਗੱਲ ਆ। ਪਹਿਲਾ ਜੱਜ ਮਤਲਬ ਕਿ ਵਿਚਾਰਾ ਜਿਹੜਾ ਮਰ ਗਿਆ, ਉਹ ਸਮਝਿਆ ਗਿਆ ਕਿ ਜਾਂ ਕੋਈ ਐਕਸੀਡੈਂਟ ਹੋ ਗਿਆ, ਕਿਉਂਕਿ ਮਾਰਨਿੰਗ ਵਾਕ ਤੇ ਨਿਕਲਿਆ ਸੀਗਾ ਤੇ ਕਿਸੇ ਨੇ ਫੇਟ ਮਾਰ ਦਿੱਤੀ। ਹੁੰਦਾ ਹੀ ਆ ਨਾ ਕਈ ਵਾਰ ਸੜਕ ਦੇ ਕਿਨਾਰੇ ਤੇ, ਵੈਸੇ ਕਹਿੰਦੇ ਕਿ ਸੜਕ ਦੇ ਕਿਨਾਰੇ ਤੇ ਸੈਰ ਕਰਨੀ ਨਹੀਂ ਚਾਹੀਦੀ, ਸੈਰ ਮੈਦਾਨ 'ਚ ਜਾ ਕੇ ਕਰੋ ਜਾਂ, ਪਰ ਹੁਣ ਸ਼ਹਿਰਾਂ ਦੀ ਆਪਣੀ ਸਮੱਸਿਆ ਤੁਹਾਨੂੰ ਪਤਾ, ਸ਼ਹਿਰਦਾਰੀ ਦੀ ਆਪਦੀ ਸਮੱਸਿਆ ਹੈ। ਤੇ ਜੱਜ ਜਦੋਂ ਮਰ ਗਿਆ ਉਹ ਸਮਝਿਆ ਗਿਆ ਕਿ ਯਾਰ ਕੋਈ ਫੇਟ ਫੱਟ ਵੱਜ ਗਈ ਆ। ਪਰ ਇੱਕ CCTV, ਉਹ ਪਾਪ ਨੂੰ ਕਹਿੰਦੇ ਆ ਨਾ ਕਿ ਪਾਪ 7 ਚਾਦਰਾਂ ਪੜ ਕੇ ਵੀ ਬਾਹਰ ਆ ਜਾਂਦਾ, ਕਈ ਵਾਰ 7 ਪਰਦੇ ਚੀਰ ਕੇ ਵੀ ਬਾਹਰ ਆ ਜਾਂਦਾ। ਤਾਂ ਉਹ ਕੋਈ ਇੱਕ CCTV ਕੈਮਰੇ 'ਚ ਉਹ ਸਾਰੀ ਘਟਨਾ ਕੈਦ ਹੋ ਗਈ। ਉਹਦੇ 'ਚ ਇੱਕ ਆ ਜਿਹੜਾ ਹੁੰਦਾ ਨਾ 3 ਵੀਲਰ, ਜਿਹਨੂੰ ਭੂੜ ਵੀ ਇੱਕ ਕਹਿੰਦੇ ਆਪਾਂ ਆਟੋ ਜਿਹਾ, ਤੇ ਉਹ ਇਸ ਤਰ੍ਹਾਂ ਜਾਈ ਜਾਂਦਾ CCTV ਦੇ ਵਿੱਚ। ਪਹਿਲਾਂ ਉਹ ਰੋਡ ਦੇ ਵਿਚਾਲੇ ਜਾਂਦਾ, ਯਕਦਮ ਜਿਹੜੀ ਲੈਫਟ ਸਾਈਡ ਜੱਜ ਸਾਹਿਬ ਜਾ ਰਹੇ ਸੀ ਜਾ ਕੇ ਉੱਥੇ ਸਵਿਚ ਮਾਰਦਾ, ਉਹ ਡਿੱਗ ਪੈਂਦੇ ਆ, ਲੋਕ ਚੁੱਕਦੇ, ਉਹ ਆਟੋ ਭਜਾ ਕੇ ਲੈ ਜਾਂਦਾ। ਹੁਣ ਉਸ ਚੀਜ਼ ਨੂੰ ਜੋੜਿਆ ਜਾ ਰਿਹਾ ਕਿ ਇਹ ਐਕਚੁਅਲ ਹੱਤਿਆ ਸੀ, ਅਸਲ ਦੇ ਵਿੱਚ ਇਹ ਹੱਤਿਆ ਸੀ ਜਿਹੜੀ ਬੜੇ ਸਾਜ਼ਿਸ਼ਨ ਤਰੀਕੇ ਨਾਲ ਅੰਜਾਮ ਦਿੱਤੀ ਗਈ ਆ। ਉਹਦਾ ਕਾਰਨ ਇਹ ਹੈ ਕਿ ਇੱਕ ਬਹੁਤ ਹਾਈ ਪ੍ਰੋਫਾਈਲ ਮਾਮਲਾ ਜੱਜ ਸਾਹਿਬ ਸੁਣ ਰਹੇ ਸੀ, ਜਿਹਦੇ ਵਿੱਚ ਚਚੇਰੇ ਭਰਾਵਾਂ ਦਾ ਝਗੜਾ, ਪਰ ਝਗੜਾ ਕਾਂਗਰਸ ਤੇ ਭਾਜਪਾ ਨਾਲ ਜੁੜਦਾ ਹੈ, ਕਿਉਂਕਿ ਦੋਨੇ ਹਾਈ ਪ੍ਰੋਫਾਈਲ ਪਰਿਵਾਰ ਹੈ ਤੇ ਦੋਨੇ ਰਾਜਨੀਤਿਕ ਪਿਛੋਕੜ ਤੋਂ। ਤੇ ਜਦੋਂ ਰਾਜਨੀਤਿਕ ਪਿਛੋਕੜ ਤੋਂ ਹੁੰਦਾ, ਫਿਰ ਉਹ ਇੱਕ ਨੇ ਦੂਜੇ ਦੀ ਹੱਤਿਆ ਕਰਵਾ ਦਿੱਤੀ। ਉਹ ਜਿਹੜਾ ਕਿਰਾਏ ਦਾ ਹਥਿਆਰਾ ਸੀਗਾ, ਉਹ ਆ ਬਹੁਤ ਤਗੜਾ ਗੈਂਗਸਟਰ, ਉਹ ਜੇਲ੍ਹ 'ਚ ਬੰਦ ਕਰ ਦਿੱਤਾ। ਉਹਦਾ ਕੇਸ ਜਿਹੜਾ ਹੈ ਨਾ, ਮਤਲਬ ਕਿ ਉਹ ਕੇਸ ਜਿਹੜਾ ਹੈ ਉਹ ਇਸ ਵੇਲੇ ਸੁਣਵਾਈ ਤੇ ਲੱਗਾ ਸੀ। ਤਾਂ ਸਮਝਿਆ ਜਾ ਰਿਹਾ ਕਿ ਸਾਜ਼ਿਸ਼ਨ ਹੱਤਿਆ ਹੋ ਸਕਦੀ ਹੈ। ਪਰ ਇਹ ਮਾਮਲਾ ਵਾਕਈ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿ ਇੱਕ ਜੱਜ ਨੂੰ ਆਟੋ ਦੇ ਨਾਲ ਹੀ ਉਡਾ ਦਿੱਤਾ ਜਾਂਦਾ ਇੰਡੀਆ 'ਚ। ਕੋਈ ਬਹੁਤਾ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਯਾਰ, ਆਟੋ ਚੜਾ ਦਿਓ। ਅਸੀਂ ਜੇ ਆਟੋ ਤੇ ਚੜ੍ਹਦੇ ਹਾਂ, ਉਹ ਆਟੋ ਚੜਾ ਰਹੇ ਸੀ। ਬਹੁਤ ਬਹੁਤ ਧੰਨਵਾਦ ਮੀਤੂ ਜੀ, ਸਵੇਰੇ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।